ਇੰਡੀਆ ਤੋਂ ਕਈ ਲੋਕਾਂ ਨੇ ਬਸੰਤ ਦੇ ਉੱਤੇ ਕਮੈਂਟ ਕੀਤੇ ਸੋਸ਼ਲ ਮੀਡੀਆ ਦੇ ਉੱਤੇ ਕਿ ਭਾਈ ਇਹ ਤਾਂ ਹਿੰਦੂਆਂ ਦਾ ਤਿਉਹਾਰ ਹੈ, ਤੁਸੀਂ ਕਿਉਂ ਮਨਾ ਰਹੇ ਹੋ? ਭਾਈ ਜਿਹੜੇ ਤਿਉਹਾਰ ਸਕਾਫਤੀ ਤਿਉਹਾਰ ਹੁੰਦੇ ਨੇ, ਕਲਚਰਲ ਈਵੈਂਟਸ ਹੁੰਦੇ ਨੇ, ਕਲਚਰਲ ਤਿਉਹਾਰ ਹੁੰਦੇ ਨੇ, ਉਹਨਾਂ ਦਾ ਤਲਕ ਮਜ਼ਹਬ ਦੇ ਨਾਲ ਨਹੀਂ ਹੁੰਦਾ, ਉਹਨਾਂ ਦਾ ਤਲਕ ਕੌਮ ਅਤੇ ਜੋਗਰਾਫੀਆ ਦੇ ਨਾਲ ਹੁੰਦਾ ਹੈ। ਹੁਣ ਪੰਜਾਬੀ ਜਿਹੜੇ ਇੱਥੇ ਵਸਦੇ ਪਏ ਹੈ, ਚਾਹੇ ਉਹ ਇੰਡੀਆ ਦੇ ਵਿੱਚ ਪੰਜਾਬ ਟੁਰ ਗਿਆ ਜਾਂ ਪਾਕਿਸਤਾਨ ਪੰਜਾਬ ਦੇ ਵਿੱਚ, ਇਹਨਾਂ ਦੇ ਕਲਚਰ ਤਾਂ ਸੇਮ ਨੇ, ਜ਼ਬਾਨ ਸੇਮ ਹੈ, ਉੱਠਣ ਬਾਣ ਸੇਮ ਹੈ, ਰੰਗ ਸੇਮ ਨੇ, ਇੱਕੋ ਵਰਗੇ ਨੇ, ਔਰ ਕਲਚਰ ਵੀ ਸੇਮ ਨੇ। ਇਸ ਨੂੰ ਤੁਸੀਂ ਅਗਰ ਪਾਕਿਸਤਾਨ ਵਿੱਚ ਜਿਹੜਾ ਇੱਥੇ ਦਾ ਪੰਜਾਬ ਹੈ ਤੁਸੀਂ ਮਨਾਇਆ ਜਾਏਗਾ ਤਾਂ ਤੁਸੀਂ ਉਸ ਨੂੰ ਹਿੰਦੂਆਂ ਦਾ ਤਿਉਹਾਰ ਬਣਾ ਦਿਓਗੇ। ਕੋਈ ਸ਼ਰਮ ਕਰੋ ਯਾਰ, ਕੋਈ ਹਯਾ ਨੂੰ, ਅਕਲ ਨੂੰ ਹੱਥ ਮਾਰੋ। ਕੌਮ ਪੰਜਾਬੀ ਹੈ ਔਰ ਪੰਜਾਬੀਆਂ ਦੇ ਉਹੀ ਤਿਉਹਾਰ ਨੇ ਜਿਹੜਾ ਹਿੰਦੂ ਪੰਜਾਬੀ ਦਾ ਲੋਹੜੀ, ਜਿਹੜਾ ਲੋਹੜੀ ਤਿਉਹਾਰ ਪੂਰੇ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਹੈ। ਕਿਆ ਕਦੀ ਉਸ ਦੇ ਉੱਤੇ ਕਦੀ ਇੱਥੋਂ ਪਾਕਿਸਤਾਨ ਦੇ ਪੰਜਾਬੀਆਂ ਕਦੀ ਰੌਲਾ ਪਾਇਆ ਕਿ ਭਾਈ ਦੁੱਲਾ ਭੱਟੀ ਤੇ ਪਾਕਿਸਤਾਨ ਦੇ ਅੰਦਰ ਜਿਹੜਾ ਪੰਜਾਬ ਆਇਆ ਪਿੰਡੀ ਭੱਟੀਆਂ ਦੇ ਵਿੱਚ, ਉੱਥੇ ਦਾ ਮੁਸਲਮਾਨ ਪੰਜਾਬੀ ਆ? ਉਹ ਭਾਈ ਹੀਰੋਜ਼ ਜਿਹੜੇ ਹੁੰਦੇ ਨੇ ਉਹ ਸਾਂਝੇ ਹੁੰਦੇ ਨੇ, ਕਲਚਰ ਸਾਂਝੇ ਹੁੰਦੇ ਨੇ। ਜਿਸ ਤਰ੍ਹਾਂ ਜ਼ਬਾਨ ਸਾਡੀ ਸਾਂਝੀ ਹੈ, ਸਾਡਾ ਫੋਕ ਸਾਂਝਾ ਹੈ, ਸਾਡਾ ਉੱਠਣ ਬਾਣ, ਸਾਡੀ ਰਹਿਤਲ ਸਾਂਝੀ ਹੈ। ਫਿਰ ਤੁਸੀਂ ਕਿਸ ਤਰ੍ਹਾਂ ਜਿਹੜੇ ਪਾਕਿਸਤਾਨ ਦੇ ਪੰਜਾਬੀ ਨੇ ਉਹਨਾਂ ਨੂੰ ਤੁਸੀਂ ਇੱਕ ਸਾਈਡ ਲਾਈਨ ਕਰ ਦਿਓਗੇ? ਹੁਣ ਕਿਆ ਭਗਤ ਸਿੰਘ ਨੂੰ ਤੁਸੀਂ ਉੱਥੇ ਨੈਸ਼ਨਲ ਹੀਰੋ ਹੈ ਇੰਡੀਆ ਦੇ ਅੰਦਰ, ਕਿਆ ਕਦੀ ਕਿਸੇ ਪਾਕਿਸਤਾਨੀ ਪੰਜਾਬੀ ਰੌਲਾ ਪਾਇਆ ਕਿ ਭਾਈ ਭਗਤ ਸਿੰਘ ਜਿਹੜਾ ਉਹਦੇ ਇੱਥੇ ਜੜ੍ਹਾਂ ਵਾਲੇ ਦੇ ਲਾਗੇ, ਫੈਸਲਾਬਾਦ ਦੇ ਲਾਗੇ ਇੱਥੇ ਇੱਕ ਇਲਾਕਾ ਆਇਆ, ਉੱਥੇ ਜੰਮਿਆ, ਪਾਕਿਸਤਾਨ ਪੰਜਾਬ ਦਾ ਆਇਆ, ਤੁਸੀਂ ਕਿਉਂ ਉਸ ਨੂੰ ਆਪਣਾ ਹੀਰੋ ਬਣਾਇਆ? ਰਾਜਾ ਪੋਰਸ ਜਿਹੜਾ ਹੈ ਉਸ ਉੱਤੇ ਤੁਸੀਂ ਕਈ ਮੂਵੀਜ਼ ਬਣਾਈਆਂ ਨੇ, ਫਿਲਮਾਂ ਬਣਾਈਆਂ ਨੇ। ਰਾਜਾ ਪੋਰਸ ਤੇ ਇੱਥੇ ਮੰਡੀ ਬਹਾਉਲਦੀਨ ਦਾ ਇੱਥੇ ਦਾ ਪੰਜਾਬੀ, ਇੱਥੇ ਦਾ ਸਾਡੇ ਜਟਕੀ ਬਾਰ ਦਾ ਇੱਥੇ ਦਾ ਪੰਜਾਬੀ ਆ। ਹੋਰ ਕਈ ਹੀਰੋਜ਼ ਨੇ ਸਾਡੇ, ਰਣਜੀਤ ਸਿੰਘ ਦੇ ਉੱਤੇ ਅਗਰ ਗੱਲ ਕਰ ਲਓ, ਗੁਜਰਾਂਵਾਲੇ ਦਾ ਆਇਆ, ਹਰੀ ਸਿੰਘ ਨਲੂਆ ਜਿਹੜਾ ਆਇਆ ਉਹ ਵੀ ਗੁਜਰਾਂਵਾਲੇ ਦਾ ਆਇਆ। ਉਹ ਬਿਰਾ ਇਹ ਜਿਹੜੇ ਹੀਰੋਜ਼ ਹੁੰਦੇ ਨੇ ਜਾਂ ਜਿਹੜੀ ਸਕਾਫਤ ਹੁੰਦੀ ਹੈ, ਉਹ ਭਾਈ ਉਹ ਆਪਸ ਵਿੱਚ ਤੁਸੀਂ ਡਿਵਾਈਡ ਕੀਤਾ, ਮੁਲਕ ਡਿਵਾਈਡ ਕੀਤਾ। ਤੁਸੀਂ ਕੌਮ ਨੂੰ ਡਿਵਾਈਡ ਨਹੀਂ ਕਰ ਸਕਦੇ। ਤੁਸੀਂ ਸਰਹੱਦਾਂ ਲਾਈਆਂ ਨੇ ਇੰਡੀਆ ਪਾਕਿਸਤਾਨ ਦੇ ਵਿਚਕਾਰ, ਜਿਹੜੀ ਸਰਹੱਦ ਲੱਗੀ ਹੈ ਉਹਦੇ ਨਾਲ ਸਿਰਫ ਤੁਸੀਂ ਜ਼ਮੀਨ ਨੂੰ ਇੱਧੇ ਉੱਧੇ ਕੀਤਾ, ਲੇਕਿਨ ਜਿਹੜਾ ਪੰਜਾਬ ਆ ਉਹ ਉਹਦੇ ਵੀ ਅੱਜ ਵੀ ਪੰਜਾਬ ਹੈ, ਇੱਧਰ ਵੀ ਪੰਜਾਬ ਹੈ, ਉੱਧਰ ਵੀ ਪੰਜਾਬੀ ਨੇ, ਇੱਧਰ ਵੀ ਪੰਜਾਬੀ ਨੇ। ਐਵੇਂ ਧੱਕੇ ਨਾਲ ਤੁਸੀਂ ਜਨਾਬ ਇਹ ਹਿੰਦੂਆਂ ਦਾ ਤਿਉਹਾਰ ਹੈ ਅਤੇ ਫਲਾਣਾ ਮੁਸਲਮਾਨਾਂ ਦਾ ਤਿਉਹਾਰ ਹੈ। ਬਈ ਮੁਸਲਮਾਨਾਂ ਦਾ ਤਿਉਹਾਰ ਜਿਹੜਾ ਹੈ ਇਸਲਾਮੀ ਤਿਉਹਾਰ, ਉਹ ਈਦ ਹੈ, ਸ਼ਬਰਾਤ ਹੈ, ਇਹ ਮੁਸਲਮਾਨਾਂ ਦੇ ਤਿਉਹਾਰ ਨੇ। ਬਾਕੀ ਹਿੰਦੂਆਂ ਦੇ ਜਿਹੜੇ ਮਜ਼ਹਬੀ ਤਿਉਹਾਰ ਨੇ, ਜਿਵੇਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ, ਨਹਾਉਂਦੇ ਨੇ, ਜਾਂ ਹੋਰ ਕੁਝ ਹੋਲੀ ਦਾ ਤਿਉਹਾਰ ਹੈ, ਉਹ ਅਸੀਂ ਮੰਨਦੇ ਹਾਂ, ਉਹ ਅਸੀਂ ਆਖਦੇ ਹਾਂ ਕਿ ਹਾਂ ਬਈ ਠੀਕ ਹੈ ਉਹ ਤੁਹਾਡਾ ਹੋਏਗਾ। ਲੇਕਿਨ ਇਹ ਜਿਹੜੇ ਦੂਸਰੇ ਤਿਉਹਾਰ ਨੇ, ਬਸੰਤ ਤਿਉਹਾਰ ਹੈ ਜਾਂ ਕੋਈ ਹੋਰ, ਔਰ ਬਸੰਤ ਲਫ਼ਜ਼ ਜਿਹੜਾ ਹੈ, ਬਸੰਤ ਦਾ ਤਾਂ ਮਤਲਬ ਵੀ ਮੌਸਮ ਬਹਾਰ ਹੈ। ਗੁੱਡੀਆਂ ਉਡਾਉਣਾ ਤਾਂ ਉਸ ਦੇ ਵਿੱਚ ਵੈਸੇ ਗੁੱਡੀਆਂ ਜਿਹੜੀਆਂ ਨੇ ਉਹ ਲੋਕ ਠੀਕ ਹੈ, ਗੁੱਡੀ ਉਡਾਉਣ ਜਿਹੜਾ ਹੈ ਉਹ ਅੱਜ ਇੱਕ ਵੱਡਾ ਈਵੈਂਟ ਬਣ ਚੁੱਕਿਆ, ਅਤੇ ਉਸ ਨੂੰ ਮੌਸਮ ਬਹਾਰ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ, ਉਸ ਨੂੰ ਵੀ ਇਸ ਬਹਾਰ ਦੇ ਈਵੈਂਟ ਦੇ ਵਿੱਚ ਤਿਉਹਾਰ ਦੇ ਵਿੱਚ। ਕਿਉਂਕਿ ਬਸੰਤ ਜਿਹੜਾ ਹੈ ਇਸ ਦਾ ਮਤਲਬ ਗੁੱਡੀਆਂ ਉਡਾਉਣਾ ਨਹੀਂ ਹੈ, ਬਲਕਿ ਬਸੰਤ ਦਾ ਮਤਲਬ ਬਹਾਰ ਹੈ। ਬਸੰਤੀ ਤੁਸੀਂ ਇੱਕ ਲਫ਼ਜ਼ ਸੁਣਿਆ ਹੋਏਗਾ, ਪੀਲੇ ਰੰਗ ਨੂੰ ਆਖਿਆ ਜਾਂਦਾ ਬਸੰਤੀ ਰੰਗ, ਠੀਕ ਹੈ, ਮੇਰਾ ਰੰਗ ਦੇ ਬਸੰਤੀ ਚੋਲਾ ਜਿਹੜਾ ਤੁਸੀਂ ਫਿਲਮ ਦੇ ਵਿੱਚ ਵੀ ਸੁਣਿਆ ਉਸ ਚੀਜ਼ ਦਾ। ਅਤੇ ਬਸੰਤ ਜਿਹੜਾ ਹੈ ਬੁਨਿਆਦੀ ਤੌਰ 'ਤੇ ਸਰੋਂ ਦੇ ਫੁੱਲ ਜਿਹੜੇ ਨੇ ਉਹ ਖਿੜੇ ਹੁੰਦੇ ਨੇ, ਔਰ ਹਰ ਪਾਸੇ ਇੱਕ ਪੀਲਾ ਰੰਗ ਜਿਹੜਾ ਤੁਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਵੇਖਿਆ ਉਸ ਚੀਜ਼ ਦਾ, ਅਤੇ ਉਸ ਤੋਂ ਨਿਕਲਿਆ ਕਿ ਭਾਈ ਬਸੰਤ ਦਾ ਮੌਸਮ ਹੈ। ਅਤੇ ਉਸ ਦੇ ਵਿੱਚ ਅਗਰ ਗੁੱਡੀਆਂ ਉਡਾਉਣਾ ਜਿਹੜਾ ਹੈ ਉਹ ਵੀ ਖੁਸ਼ੀ ਦੇ ਤਿਉਹਾਰ ਦੇ ਤੌਰ 'ਤੇ ਲੋਕਾਂ ਸ਼ਾਮਿਲ ਕਰ ਲਿਆ। ਔਰ ਹੋਰ ਵੀ ਕਈ ਚੀਜ਼ਾਂ ਬਸੰਤ ਦੇ ਤੌਰ 'ਤੇ, ਮਤਲਬ ਗੀਤ ਜਿਹੜੇ ਨੇ, ਗੀਤ ਗਾਏ ਜਾ ਰਹੇ ਨੇ ਜਾਂ ਜਿਹੜੀਆਂ ਗੁੱਡੀਆਂ ਉਡਾਈਆਂ ਜਾ ਰਹੀਆਂ ਨੇ, ਅਤੇ ਤੁਸੀਂ ਉਸ ਨੂੰ ਹਿੰਦੂਆਂ ਦਾ ਤਿਉਹਾਰ ਬਣਾ ਲਿਆ। ਚਾਈਨਾ ਦੇ ਵਿੱਚ ਵੀ ਗੁੱਡੀ ਉਡਾਈ ਜਾਂਦੀ ਹੈ ਬਹੁਤ ਵੱਡੇ ਪੈਮਾਨੇ ਦੇ ਉੱਤੇ। ਚਾਈਨਾ ਜਿਹੜਾ ਡੋਰ ਵੀ ਬਣਾ ਰਿਹਾ, ਗੁੱਡੀਆਂ ਬਣਾ ਰਿਹਾ, ਉਹ ਬਕਾਇਦਾ ਉੱਥੇ ਬਹੁਤ ਵੱਡੇ ਤਰੀਕੇ ਨਾਲ ਉਸ ਨੂੰ ਉਡਾਉਂਦਾ। ਕਿਆ ਉਹ ਵੀ ਹਿੰਦੂਆਂ ਦਾ ਤਿਉਹਾਰ ਮਨਾ ਰਹੇ ਨੇ? ਫਿਰ ਹੋਰ ਦੁਨੀਆ ਦੇ ਵਿੱਚ ਗੁੱਡੀਆਂ ਉਡਾਈਆਂ ਜਾ ਰਹੀਆਂ ਨੇ, ਕਿਆ ਉਹ ਹਿੰਦੂਆਂ ਦੇ ਤਿਉਹਾਰ ਨੂੰ ਉਹਨਾਂ ਫਾਲੋ ਕੀਤਾ ਹੋਇਆ? ਉਹ ਭਾਈ ਇਹ ਜਿਹੜੇ ਕੌਮਾਂ ਦੇ, ਨੇਸ਼ਨਸ ਦੇ ਆਪਣੇ ਤਿਉਹਾਰ ਹੁੰਦੇ ਨੇ, ਉਹਨਾਂ ਨੂੰ ਮਜ਼ਹਬ ਵਾਲੇ ਦਾਇਰੇ ਦੇ ਤੋਂ ਥੋੜ੍ਹਾ ਬਾਹਰ ਰੱਖੋ ਯਾਰ। ਇਤਨੀ ਇੰਤਹਾ ਪਸੰਦੀ ਜਿਹੜੀ ਹੈ ਉਹ ਚੰਗੀ ਨਹੀਂ ਹੁੰਦੀ।